ਖਬਰਾਂ ਤੇ ਸ਼ੁਰੂ ਕਰਦੇ ਹਾਂ ਤੇ ਫੈਡਰਲ ਗਵਰਨਮੈਂਟ ਦੀ ਵੱਡੀ ਅਨਾਉਂਸਮੈਂਟ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਵੱਡੀ ਅਨਾਉਂਸਮੈਂਟ ਅੱਜ ਦੀ ਕੀ ਰਹੀ ਹੈ ਉਹਦੇ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਰਾਂ ਨੇ ਇੱਕ ਫਾਸਟ ਟਰੈਕ ਨੈਸ਼ਨਲ ਪ੍ਰੋਜੈਕਟਸ ਦੀ ਲਿਸਟ ਅੱਜ ਅਨਵੀਲ ਕੀਤੀ ਹੈ, ਅੱਜ ਪੇਸ਼ ਕੀਤੀ ਹੈ, ਜਿਹਦੇ ਵਿੱਚ LNG ਐਕਸਪੈਂਸ਼ਨ, ਕਲੀਨ ਪਾਵਰ ਟਰਾਂਸਮਿਸ਼ਨ ਐਂਡ ਕ੍ਰਿਟੀਕਲ ਮਿਨਰਲ ਡਿਵੈਲਪਮੈਂਟ ਸ਼ਾਮਿਲ ਹੈ। ਜਿੱਥੇ ਤੱਕ ਇਹ ਨਵੇਂ ਪ੍ਰੋਜੈਕਟਸ ਤੇ ਨਵੇਂ ਪਲਾਨਸ ਇਕੋਨਮੀ ਨੂੰ ਬੂਸਟ ਕਰਨਗੇ, ਜੌਬਸ ਕ੍ਰੀਏਟ ਕਰਨਗੇ, ਕੈਨੇਡਾ ਲਈ ਬੈਨੀਫੀਸ਼ੀਅਲ ਹੋਣਗੇ ਫਾਈਨੈਂਸ਼ੀਅਲੀ, ਉੱਥੇ ਹੀ ਐਨਵਾਇਰਮੈਂਟਲ ਲੈਵਲ ਤੇ ਇੰਡੀਜਨਸ ਲੋਕਾਂ ਤੇ ਐਂਡ ਪੋਲੀਟੀਕਲ ਲੈਵਲ ਤੇ ਬੈਕਲੈਸ਼ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਐਂਡ ਲਿਬਰਲ ਸਰਕਾਰ ਨੂੰ ਮਿਲ ਰਿਹਾ। ਪਹਿਲਾਂ ਗੱਲ ਕਰਦੇ ਹਾਂ ਕਿ ਇਹ ਪ੍ਰੋਜੈਕਟਸ ਕੀ ਨੇ। ਸਭ ਤੋਂ ਵੱਡਾ ਜੋ ਫਲੈਗਸ਼ਿਪ ਪ੍ਰੋਜੈਕਟ ਅੱਜ ਦੇ ਅਨਾਉਂਸਮੈਂਟ ਦੇ ਵਿੱਚ ਸੀਗਾ ਉਹ ਸੀਗਾ KSI ਲਿਸਮਸ LNG ਪ੍ਰੋਜੈਕਟ, ਜੋ ਕਿ ਪ੍ਰਿੰਸ ਰੁਪਰਟ ਦੇ ਕੋਲ ਹੈ। ਇੱਕ ਐਕਸਪੋਰਟ ਫੈਸਿਲਿਟੀ ਹੋਏਗੀ ਜਿਹਦੇ ਵਿੱਚ 12 ਮਿਲੀਅਨ ਟਨਸ ਪਰ ਈਅਰ ਦੀ ਕਪੈਸਿਟੀ ਹੈ। LNG ਪ੍ਰੋਜੈਕਟ ਹੈ। ਅਗੇਨ ਇੱਕ ਇੱਦਾਂ ਦੀ ਐਨਰਜੀ ਜੋ ਕੈਨੇਡਾ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਡਿਊਸ ਕਰ ਸਕਦੀ ਹੈ ਐਂਡ ਪੂਰੀ ਦੁਨੀਆ ਦੇ ਵਿੱਚ ਐਕਸਪੋਰਟ ਕਰਕੇ, ਖਾਸ ਕਰਕੇ ਏਸ਼ੀਅਨ ਕੰਟਰੀਜ਼ ਦੇ ਵਿੱਚ ਐਕਸਪੋਰਟ ਕਰਕੇ ਕਾਫੀ ਜ਼ਿਆਦਾ ਪੈਸਾ ਕਮਾ ਸਕਦੀ ਹੈ ਐਂਡ ਕਾਫੀ ਜ਼ਿਆਦਾ ਜੌਬਸ ਵੀ ਇਹਦੇ ਵਿੱਚ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ। ਇਹ ਜੋ ਪ੍ਰੋਜੈਕਟ ਹੈ ਇਹ ਨਿਸਗਾ ਨੇਸ਼ਨ ਐਂਡ ਵੈਸਟਰਨ LNG ਦਾ ਮਿਲ ਕੇ ਇੱਕ ਪ੍ਰੋਜੈਕਟ ਹੋਏਗਾ। ਇਹਦੇ ਅੰਡਰ ਹੀ ਪ੍ਰਿੰਸ ਰੁਪਰਟ ਗੈਸ ਟਰਾਂਸਮਿਸ਼ਨ ਪਾਈਪਲਾਈਨ ਵੀ ਮੌਜੂਦ ਹੈ, ਜੋ ਕਿ ਪਾਰਟਲੀ US ਪ੍ਰਾਈਵੇਟ ਇਕੁਇਟੀ ਬੈਕਡ ਹੈ, ਜਿਹਦੇ ਵਿੱਚ ਡੋਨਲਡ ਟਰੰਪ ਦੇ ਕਾਫੀ ਕਲੋਜ਼ ਲੋਕ ਵੀ ਐਜ਼ ਡੋਨਰਸ ਮੌਜੂਦ ਨੇ। ਸੋ ਹੋ ਸਕਦਾ ਇਸ ਪ੍ਰੋਜੈਕਟ ਤੋਂ ਡੋਨਲਡ ਟਰੰਪ ਵੀ ਖੁਸ਼ ਹੋ ਜਾਣ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅੱਜ ਦੀ ਆਪਣੀ ਸਟੇਟਮੈਂਟ ਦੇ ਵਿੱਚ LNG ਨੂੰ ਕਾਫੀ ਜ਼ਿਆਦਾ ਐਸੈਂਸ਼ੀਅਲ ਦੱਸਿਆ। ਉਹਨਾਂ ਨੇ ਕਿਹਾ ਕਿ LNG ਇਜ਼ ਐਸੈਂਸ਼ੀਅਲ ਫॉर ਦੀ ਐਨਰਜੀ ਟ੍ਰਾਂਜੀਸ਼ਨ। ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਬਾਈ 2040 ਤੱਕ ਪੂਰੀ ਦੁਨੀਆ ਦੇ ਵਿੱਚ 60% ਗਲੋਬਲ ਡਿਮਾਂਡ ਐਨਰਜੀ ਦੇ ਵਿੱਚ LNG ਦੀ ਰਹੇਗੀ, ਸਪੈਸ਼ਲੀ ਇਨ ਏਸ਼ੀਅਨ ਮਾਰਕੀਟਸ, ਜਿਹਦੇ ਵਿੱਚ ਚਾਈਨਾ ਐਂਡ ਇੰਡੀਆ ਸਭ ਤੋਂ ਵੱਡੇ ਮਾਰਕੀਟਸ ਨੇ। ਉਸ ਨੂੰ ਦੇਖਦੇ ਹੋਏ ਹੁਣ ਤੋਂ ਹੀ ਕੈਨੇਡਾ ਜੇ LNG ਤੇ ਫੋਕਸ ਕਰੇਗਾ, ਜੋ ਕਿ ਇੱਥੇ ਅਬੰਡੈਂਸ ਦੇ ਵਿੱਚ ਪ੍ਰੋਡਿਊਸ ਹੋ ਸਕਦੀ ਹੈ, ਤਾਂ ਫਿਰ ਡੈਫੀਨਿਟਲੀ ਬਾਈ 2040 ਅਸੀਂ ਇੱਕ ਬਹੁਤ ਹੀ ਗੁੱਡ ਪੋਜੀਸ਼ਨ ਦੇ ਵਿੱਚ ਮੌਜੂਦ ਹੋਵਾਂਗੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਤੋਂ ਪਹਿਲਾਂ ਵੀ LNG ਕੈਨੇਡਾ ਫੇਜ਼ 2 ਨੂੰ ਫਾਸਟ ਟਰੈਕ ਕੀਤਾ ਸੀ, ਜੋ ਕਿ ਇੱਕ ਹੋਰ 14 ਮਿਲੀਅਨ ਟਨਸ ਪਰ ਈਅਰ ਦੀ ਇੱਕ ਪਲਾਂਟ ਹੈ, ਜਿੱਥੇ ਕਾਫੀ ਜ਼ਿਆਦਾ LNG ਤੇ ਫੋਕਸ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਕਲੀਨ ਪਾਵਰ ਇਨਫਰਾਸਟ੍ਰਕਚਰ ਦੇ ਵਿੱਚ $140 ਮਿਲੀਅਨ ਦੀ ਇਨਵੈਸਟਮੈਂਟ ਦੀ ਅਨਾਉਂਸਮੈਂਟ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੀਤੀ ਹੈ। ਕੈਨੇਡਾ ਇਨਫਰਾਸਟ੍ਰਕਚਰ ਬੈਂਕ $140 ਮਿਲੀਅਨ ਨਾਰਥ ਕੋਸਟ ਟਰਾਂਸਮਿਸ਼ਨ ਲਾਈਨ ਨੂੰ ਦੇਗਾ, ਜਿਹਦੇ ਵਿੱਚ ਹਾਈਡਰੋ ਇਲੈਕਟ੍ਰਿਸਿਟੀ ਜਨਰੇਟ ਹੋਏਗੀ ਤਾਂ ਕਿ ਨੈਟ ਜ਼ੀਰੋ LNG ਫੈਸਿਲਿਟੀ ਚਲਾਈ ਜਾ ਸਕੇ। ਸੋ ਇਸ LNG ਨੂੰ ਫੈਸਿਲਿਟੀ ਨੂੰ ਚਲਾਉਣ ਦੇ ਲਈ ਜੋ ਹਾਈਡਰੋ ਇਲੈਕਟ੍ਰਿਸਿਟੀ ਚਾਹੀਦੀ ਹੈ ਉਸ ਨੂੰ ਵੀ ਪ੍ਰੋਡਿਊਸ ਕੈਨੇਡਾ ਹੀ ਕਰੇਗਾ ਐਂਡ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਇਨਵੈਸਟਮੈਂਟ ਜਾਰੀ ਹੈ। BC ਗਵਰਨਮੈਂਟ ਆਲਰੇਡੀ ਇਸ ਚੀਜ਼ ਨੂੰ ਲੈਜਿਸਲੇਟ ਕਰ ਚੁੱਕੀ ਹੈ ਤਾਂ ਕਿ ਫਾਸਟ ਟਰੈਕ ਤਰੀਕੇ ਦੇ ਨਾਲ ਇਸ ਲਾਈਨ ਤੇ ਕੰਮ ਸ਼ੁਰੂ ਕੀਤਾ ਜਾ ਸਕੇ। ਇਹਨਾਂ ਵੱਡੇ ਪ੍ਰੋਜੈਕਟਸ ਤੋਂ ਇਲਾਵਾ ਕਾਫੀ ਅਲੱਗ-ਅਲੱਗ ਪ੍ਰੋਜੈਕਟਸ ਵੀ ਅੱਜ ਅਨਾਉਂਸ ਹੋਏ, ਜਿਹਦੇ ਵਿੱਚ ਨਾਰਥ ਵੈਸਟ ਕ੍ਰਿਟੀਕਲ ਕੰਜ਼ਰਵੇਸ਼ਨ ਕੋਰੀਡੋਰ ਸ਼ਾਮਿਲ ਹੈ। ਸੀਸੋਨ ਮਾਈਨ ਜੋ ਕਿ ਨਿਊ ਬ੍ਰੰਸਵਿਕ ਦੇ ਵਿੱਚ ਹੈ ਉਹ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਨੋਵੋ ਮੋਂਦੇ ਗ੍ਰੇਫਾਈਟ ਮਾਈਨ ਜੋ ਕਿ ਕਿਊਬਿਕ ਦੇ ਵਿੱਚ ਹੈ ਐਂਡ ਇੱਕ ਵੱਡੀ ਗ੍ਰੇਫਾਈਟ ਦੀ ਮਾਈਨ ਹੈ ਜਿਹਦੀ ਕਪੈਸਿਟੀ ਅਰਾਊਂਡ 15,000 ਟਨਸ ਪਰ ਈਅਰ ਹੈ। ਇਸ ਤੋਂ ਇਲਾਵਾ ਕ੍ਰੌਫਰਡ ਨਿਕਲ ਪ੍ਰੋਜੈਕਟ ਵੀ ਮੌਜੂਦ ਹੈ ਜੋ ਕਿ ਓਨਟਾਰੀਓ ਦੇ ਅੰਦਰ ਹੈ ਐਂਡ ਅਰਾਊਂਡ 4,000 ਡਾਇਰੈਕਟ ਐਂਡ ਇਨਡਾਇਰੈਕਟ ਜੌਬਸ ਕ੍ਰੀਏਟ ਕਰੇਗਾ। ਸੋ ਜੌਬ ਕ੍ਰੀਏਸ਼ਨ ਦੇ ਵਿੱਚ ਵੀ ਇਹ ਪ੍ਰੋਜੈਕਟਸ ਕਾਫੀ ਜ਼ਿਆਦਾ ਮਦਦ ਕਰ ਸਕਦੇ ਆ। ਇਸ ਤੋਂ ਇਲਾਵਾ ਇੱਕ ਹਾਈਡਰੋ ਪ੍ਰੋਜੈਕਟ ਵੀ ਅਨਾਉਂਸ ਕੀਤਾ ਗਿਆ ਜੋ ਕਿ ਡੀਜ਼ਲ ਰਿਲਾਇੰਸ ਨੂੰ ਘਟਾਏਗਾ। ਸੋ ਹਾਈਡਰੋ ਐਨਰਜੀ ਨੂੰ ਕਿਸ ਤਰੀਕੇ ਨਾਲ ਯੂਜ਼ ਕਰਕੇ ਡੀਜ਼ਲ ਜਾਂ ਇਸ ਤਰੀਕੇ ਦੇ ਜਿੰਨੇ ਵੀ ਪਾਵਰ ਸੋਰਸਿਸ ਨੇ ਜੋ ਕਿ ਇਨਵਾਇਰਮੈਂਟਲੀ ਜ਼ਿਆਦਾ ਚੰਗੇ ਨਹੀਂ ਹੈ, ਸੋ ਕਲੀਨ ਐਨਰਜੀ ਦੇ ਵੱਲ ਫੋਕਸ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਕਾਫੀ ਜ਼ਿਆਦਾ ਬੈਕਲੈਸ਼ ਵੀ ਪ੍ਰਾਈਮ ਮਿਨਿਸਟਰ ਕਾਰਨੀ ਦੀ ਅਨਾਉਂਸਮੈਂਟ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲਿਆ। ਕੀ ਉਹ ਬੈਕਲੈਸ਼ ਹੈ, ਇਹਦੇ ਬਾਰੇ ਵੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਬੈਕਲੈਸ਼ ਗ੍ਰੀਨ ਪੀਸ ਵੱਲੋਂ। ਗ੍ਰੀਨ ਪੀਸ ਨੇ ਕਿਹਾ ਕਿ ਮੈਸਿਵ ਨਿਊ ਫੋਸਿਲ ਫਿਊਲ ਸਬਸਿਡੀ ਹੈ, ਜਿਹਦੇ ਵਿੱਚ LNG ਨੂੰ ਗ੍ਰੀਨ ਵਾਸ਼ ਕਰਨ ਦੀ ਓਟਵਾ ਦੀ ਕੋਸ਼ਿਸ਼ ਹੈ। ਇਸ ਤੋਂ ਇਲਾਵਾ ਕਲਾਈਮੇਟ ਐਕਟਿਵਿਸਟ ਕਹਿ ਰਹੇ ਨੇ ਕਿ LNG ਐਕਸਪੋਰਟ ਜਿੰਨਾ ਵੀ ਕੈਨੇਡਾ ਫੋਕਸ ਕਰ ਰਿਹਾ, ਜੋ ਕਿ ਆਫਕੋਰਸ ਪੈਸੇ ਦੇ ਲਈ ਵਧੀਆ, ਜੌਬ ਕ੍ਰੀਏਸ਼ਨ ਲਈ ਵਧੀਆ, ਇਕੋਨਮੀ ਲਈ ਵਧੀਆ, ਲੇਕਿਨ ਕੈਨੇਡਾ ਦੀ ਐਮਿਸ਼ਨ ਪ੍ਰੋਫਾਈਲ
ਖਰਾਬ ਹੋ ਸਕਦੀ ਹੈ, ਜਦਕਿ ਫਿਲਹਾਲ ਨੈਟ ਜ਼ੀਰੋ ਕਲੇਮ ਹੈ ਕੈਨੇਡਾ ਦਾ ਐਮਿਸ਼ਨ ਪ੍ਰੋਫਾਈਲ ਦੇ ਵਿੱਚ। ਸੋ ਕਲਾਈਮੇਟ ਐਕਟਿਵਿਸਟ ਦਾ ਕਹਿਣਾ ਕਿ ਕਲਾਈਮੇਟ ਸਾਡਾ ਉਸ ਤਰੀਕੇ ਨਾਲ ਇੰਪੈਕਟ ਹੋ ਸਕਦਾ ਹੈ। ਫਰਸਟ ਨੇਸ਼ਨਸ ਇਸ ਟਾਈਮ ਵੀ ਕਾਫੀ ਪ੍ਰੋਜੈਕਟਸ ਨੂੰ ਅਪੋਜ਼ ਕਰ ਰਿਹਾ, ਖਾਸ ਕਰਕੇ LNG ਪ੍ਰੋਜੈਕਟ ਨੂੰ। ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਨੇ ਕਿਹਾ ਹੈ ਕਿ ਇਹ ਜਿੰਨੇ ਵੀ ਸਟੈਪਸ ਲਏ ਜਾ ਰਹੇ ਆ, ਜਿੰਨੇ ਵੀ ਪ੍ਰੋਜੈਕਟਸ ਹੈ, ਖਾਸ ਕਰਕੇ ਅਗੇਨ LNG ਦਾ ਪ੍ਰੋਜੈਕਟ, ਇਹ ਫਰਸਟ ਨੇਸ਼ਨਸ ਦੇ ਰਾਈਟਸ ਨੂੰ ਖਰਾਬ ਕਰ ਰਿਹਾ ਐਂਡ ਇਟ ਕਲੀਅਰਲੀ ਸਟੇਟਸ ਦੈਟ ਦੇਅਰ ਰਾਈਟਸ ਆਰ ਐਕਚੁਅਲੀ ਨੈਗੋਸ਼ੀਏਬਲ ਐਂਡ ਉਹਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ। ਲੇਕਿਨ ਇਹਨਾਂ ਸਾਰੀ ਬੈਕਲੈਸ਼ਸ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਹਾਈਲਾਈਟ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬ੍ਰੌਡ ਇੰਡੀਜਨਸ ਸਪੋਰਟ ਤੇ ਵੀ ਕੰਮ ਕਰ ਰਹੀ ਹੈ ਐਂਡ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਬਰ ਦੀ ਬਰਾਬਰ ਫਾਈਨੈਂਸਿੰਗ ਆਪਸ਼ਨਸ ਵੀ ਜਿੰਨੇ ਵੀ ਫੈਡਰਲ ਟੂਲਸ ਨੇ ਉਹਨਾਂ ਦੇ ਥਰੂ ਬਰਾਬਰ ਐਕੁਇਟੀ ਦੇ ਵਿੱਚ ਪ੍ਰੋਵਾਈਡ ਕੀਤੇ ਜਾਣ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਡੈਫੀਨਿਟਲੀ ਪ੍ਰੋਜੈਕਟਸ ਤਾਂ ਅਨਾਉਂਸ ਕੀਤੇ ਐਂਡ ਉਹਨਾਂ ਦੇ ਨਾਲ ਜਿੰਨੇ ਵੀ ਬੈਕਲੈਸ਼ ਆ ਸਕਦੇ ਸੀ ਉਹਨਾਂ ਦਾ ਡਿਫੈਂਸ ਵੀ ਕੀਤਾ। ਲੇਕਿਨ ਸਿਰਫ ਕਲਾਈਮੇਟ ਜਾਂ ਫਿਰ ਸਿਰਫ ਫਰਸਟ ਨੇਸ਼ਨਸ ਦੀ ਗੱਲ ਨਹੀਂ ਹੈ, ਪੋਲੀਟੀਕਲੀ ਵੀ ਇਹ ਪ੍ਰੋਬਲਮ ਵੱਡੀ ਹੋ ਸਕਦੀ ਹੈ। ਸਭ ਤੋਂ ਵੱਡੀ ਪ੍ਰੋਬਲਮ ਇੱਕ ਤਾਂ ਜਦੋਂ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਸਰਕਾਰ ਸਾਂਭੀ ਹੋਈ ਹੈ ਉਦੋਂ ਦੀ ਐਲਬਰਟਾ ਦੇ ਨਾਲ ਇੱਕ ਵੱਡੀ ਪ੍ਰੋਬਲਮ ਚੱਲ ਰਹੀ ਹੈ। ਇਸ ਟਾਈਮ ਵੀ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਨੇ ਕਿਹਾ ਹੈ ਕਿ ਓਟਾਵਾ ਜਲਦ ਤੋਂ ਜਲਦ ਐਲਬਰਟਾ ਦੇ ਇਕੋਨੋਮਿਕ ਫਿਊਚਰ ਬਾਰੇ ਸੋਚੇ ਐਂਡ ਬਾਰ-ਬਾਰ ਇਹ ਫੇਲਡ ਪਾਲਿਸੀਜ਼ ਨਾ ਰਿਪੀਟ ਕਰੇ, ਜੋ ਕਿ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਇਨਵੈਸਟਮੈਂਟ ਦੇ ਵਿੱਚ ਜਿਹਦੇ ਕਰਕੇ ਲੱਗਦੇ ਆ, ਲੇਕਿਨ ਰਿਜ਼ਲਟ ਕੁਝ ਵੀ ਨਹੀਂ ਮਿਲਦਾ। ਨਾਲ ਦੇ ਨਾਲ ਓਟਾਵਾ ਤੇ ਐਲਬਰਟਾ ਯਾਨੀ ਕਿ ਫੈਡਰਲ ਗਵਰਨਮੈਂਟ ਤੇ ਐਲਬਰਟਾ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਕਾਰਬਨ ਕੈਪਚਰ ਐਂਡ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਰਿਫਾਰਮਸ ਤੇ ਗੱਲ ਵੀ ਕੰਟੀਨਿਊ ਹੋਣੀ ਚਾਹੀਦੀ ਹੈ ਤੇਜ਼ੀ ਨਾਲ। ਇਹ ਵੀ ਐਲਬਰਟਾ ਦੀ ਇਸ ਟਾਈਮ ਮੰਗ ਹੈ। ਇਸ ਤੋਂ ਇਲਾਵਾ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਅਜੇ ਹੋਈ ਹੈ ਕਿ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਕੋਲ ਇਸ ਟਾਈਮ ਐਕਸਟਰਾ $10 ਬਿਲੀਅਨ ਮੌਜੂਦ ਨੇ, ਜੋ ਕਿ ਕਿਸੇ ਵੀ ਇਹਨਾਂ ਪ੍ਰੋਜੈਕਟਸ ਦੇ ਵਿੱਚੋਂ ਕਿਸੇ ਵੀ ਇੱਕ ਪ੍ਰੋਜੈਕਟ ਦੇ ਵਿੱਚ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਇਨਵੈਸਟ ਕਰ ਸਕਦਾ ਹੈ। ਸੋ ਅਗੇਨ ਮੇਜਰ ਪ੍ਰੋਜੈਕਟਸ ਤੇ ਕਿੰਨਾ ਇਹ ਸਰਕਾਰ ਇਸ ਟਾਈਮ ਫੋਕਸ ਕਰ ਰਹੀ ਹੈ, ਇੱਦਾਂ ਦੇ ਪ੍ਰੋਜੈਕਟਸ ਤੇ ਕਿੰਨਾ ਫੋਕਸ ਕਰ ਰਹੀ ਹੈ ਦਾ ਇਹ ਕਲੀਅਰ ਐਗਜ਼ਾਮਪਲ ਹੈ। ਨਾਓ ਪ੍ਰੋਜੈਕਟਸ ਆਰ ਵੈਰੀ ਗੁੱਡ, ਦੇ ਸਾਊਂਡ ਵੈਰੀ ਗੁੱਡ ਔਨ ਪੇਪਰ, ਅਨਾਊਂਸਮੈਂਟ ਦੇ ਵਿੱਚ ਬੜੇ ਸੋਹਣੇ ਲੱਗ ਰਹੇ ਆ। ਮੈਂ ਵੀ ਪੜ੍ਹ ਕੇ ਬੜਾ ਖੁਸ਼ ਹੋ ਗਿਆ। ਮੈਂ ਕਹਿੰਦਾ ਕਿਆ ਬਾਤ ਹੈ ਯਾਰ, ਹਜ਼ਾਰਾਂ ਦੇ ਵਿੱਚ ਜੌਬਸ ਕ੍ਰੀਏਟ ਹੋਣਗੀਆਂ, ਕਾਫੀ ਜ਼ਿਆਦਾ ਲੱਖਾਂ ਦੇ ਵਿੱਚ ਸਾਡਾ ਰੈਵਨਿਊ ਆਏਗਾ। ਦੇਖਿਓ ਇਕੋਨਮੀ ਕਿੱਦਾਂ ਬੂਸਟ ਕਰਦੀ ਹੈ। ਬਾਈ 2040 ਵੀਲ ਬੀ ਦ ਕਿੰਗ ਆਫ LNG, ਕਿੰਗ ਆਫ ਪਾਵਰ। ਬਟ ਅਗੇਨ ਥੀਸ ਆਲ ਥਿੰਗਸ ਆਰ ਗੁੱਡ ਔਨ ਪੇਪਰ, ਬਟ ਇਹਦੀ ਐਗਜ਼ੀਕਿਊਸ਼ਨ ਕਿਸ ਤਰੀਕੇ ਦੇ ਨਾਲ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਬਿਲੀਅਨਸ ਆਫ ਡਾਲਰਸ ਇਨਵੈਸਟਮੈਂਟ ਮੌਜੂਦ ਹੈ। ਇਹ ਤਾਂ ਸਿਰਫ ਸਟਾਰਟ ਦੇ ਵਿੱਚ ਕੁਝ ਮਿਲੀਅਨਸ ਦੀ ਪ੍ਰਾਈਸਿੰਗ ਦੱਸੀ ਜਾ ਰਹੀ ਹੈ। ਟਿਲ ਦ ਟਾਈਮ ਇਹ ਪ੍ਰੋਜੈਕਟਸ ਬਣਦੇ ਆ, ਟਿਲ ਦ ਟਾਈਮ ਇਹ ਪ੍ਰੋਜੈਕਟਸ ਆਪਣੇ ਐਕਚੁਅਲ ਪੂਰੇ ਦੇ ਪੂਰੇ ਯੂਜ਼ੇਜ ਦੇ ਵਿੱਚ ਆਉਂਦੇ ਆ, ਜਦੋਂ ਇਹਨਾਂ ਨੂੰ ਐਕਚੁਅਲ ਦੇ ਵਿੱਚ ਯੂਟਿਲਾਈਜ਼ ਕੀਤਾ ਜਾਏਗਾ, ਉਦੋਂ ਤੱਕ ਬਿਲੀਅਨਸ ਆਫ ਡਾਲਰਸ ਇਨਵੈਸਟ ਹੋ ਚੁੱਕੇ ਹੋਣਗੇ। ਤੇ ਜੇ ਉਹਦੇ ਬਾਅਦ ਇਹ ਪ੍ਰੋਜੈਕਟਸ ਕੰਮ ਨਹੀਂ ਕੀਤੇ, ਐਕਸਪੋਰਟ ਸਹੀ ਨਹੀਂ ਹੋਇਆ, ਉਹਦੇ ਬਾਅਦ ਵੀ ਕੈਨੇਡਾ ਦੀ ਇੰਡਸਟਰੀ ਸਹੀ ਤਰੀਕੇ ਦੇ ਨਾਲ ਟ੍ਰੇਡ ਨਹੀਂ ਕਰ ਪਾਈ, ਤਾਂ ਇਹ ਸਾਰਾ ਬਿਲੀਅਨਸ ਆਫ ਡਾਲਰਸ ਪਾਣੀ ਦੇ ਵਿੱਚ ਵੀ ਜਾ ਸਕਦਾ ਹੈ। ਸੋ ਜਿੰਨੇ ਇਹ ਆਈਡੀਆਜ਼ ਗੁੱਡ ਨੇ, ਜਿੰਨੇ ਇਹ ਪ੍ਰੋਜੈਕਟਸ ਔਨ ਪੇਪਰ ਸੋਹਣੇ ਲੱਗ ਰਹੇ ਆ ਸੁਣ ਕੇ ਪੜ੍ਹ ਕੇ, ਓਨੀ ਹੀ ਐਗਜ਼ੀਕਿਊਸ਼ਨ ਜੇ ਵਧੀਆ ਹੋਏਗੀ ਤਾਂ ਹੀ ਜਾ ਕੇ ਸਾਨੂੰ ਆਮ ਕੈਨੇਡੀਅਨਸ ਨੂੰ ਜਾਂ ਓਵਰਆਲ ਕੈਨੇਡੀਅਨ ਇਕੋਨਮੀ ਨੂੰ ਇਹਦਾ ਬੈਨੀਫਿਟ ਦੇਖਣ ਨੂੰ ਮਿਲੇਗਾ। ਅਦਰਵਾਈਜ਼ ਕੋਈ ਵੀ ਬੈਨੀਫਿਟ ਸਾਨੂੰ ਨਹੀਂ ਮਿਲਣ ਵਾਲਾ। ਓਨਟਾਰੀਓ ਦੇ ਵਿੱਚ ਕੱਲ ਸਾਰੇ ਸ਼ਹਿਰਾਂ ਦੇ ਵਿੱਚ ਕੈਮਰਾਸ ਗਾਇਬ ਹੋ ਜਾਣਗੇ। ਸੋ ਫਿਜ਼ੀਕਲੀ ਕੈਮਰਾਸ ਮੌਜੂਦ ਰਹਿਣਗੇ, ਸਪੀਡਿੰਗ ਕੈਮਰਾਸ, ਲੇਕਿਨ ਉਹਨਾਂ ਦਾ ਫੰਕਸ਼ਨੈਲਿਟੀ ਖਤਮ ਹੋ ਜਾਏਗਾ। ਫਾਈਨਲੀ ਡਗ ਫੋਰਡ ਜੋ ਚਾਹੁੰਦੇ ਸੀ ਉਹ ਹੋ ਗਿਆ। ਚਾਹੇ 20 ਡਿਫਰੈਂਟ ਮਿਊਨਿਸਪੈਲਿਟੀਜ਼ ਨੇ ਮਨਾ ਕੀਤਾ, ਪੁਲਿਸ ਨੇ ਮਨਾ ਕੀਤਾ, ਸਿੱਖ ਕਿਡਸ ਹਸਪੀਟਲ ਨੇ ਮਨਾ ਕੀਤਾ, ਕਿੰਨੇ ਹੀ ਲਾਅ ਫਰਮਸ ਨੇ ਮਨਾ ਕੀਤਾ, ਕਿੰਨੇ ਹੀ ਐਡਵੋਕੇਸੀ ਗਰੁੱਪਸ ਨੇ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਨਾ ਹਟਾਓ ਕੈਮਰਾਜ਼ ਨੂੰ, ਇਹ ਸਾਡੀ ਸੇਫਟੀ ਲਈ ਹੈ, ਆਮ ਜਨਤਾ ਦੀ ਸੇਫਟੀ ਦਾ ਸੋਚੋ। ਲੇਕਿਨ ਪ੍ਰੀਮੀਅਰ ਡਗ ਫੋਰਡ ਤਾਂ ਉਹੀ ਕਹਿ ਦਿਆ ਨਾ, ਬਸ ਕਹਿ ਦਿਆ। ਤੇ ਉਹਨਾਂ ਨੇ ਕਹਿਤਾ ਹੀ ਇੱਕ ਵਾਰੀ ਕਿ ਮੈਂ ਕੈਮਰੇ ਹਟਾਉਣੇ ਆ, ਤਾਂ ਉਹਨਾਂ ਨੇ ਹਟਾ ਕੇ ਹੀ ਮੰਨਿਆ। ਕੱਲ ਨੂੰ ਕੈਮਰਾਜ਼ ਜਦੋਂ ਹਟ ਜਾਣਗੇ, ਉਸ ਤੋਂ ਬਾਅਦ ਖਰਚਾ ਸਰਕਾਰ ਦਾ ਹੋਰ ਜ਼ਿਆਦਾ ਵੱਧ ਜਾਏਗਾ। ਉਹ ਕਿਸ ਤਰੀਕੇ ਨਾਲ, ਉਹਦੀ ਗੱਲ ਕਰਦੇ ਹਾਂ।
ਪ੍ਰੀਮੀਅਰ ਡਗ ਫੋਰਡ ਜਦੋਂ ਕੱਲ ਕੈਮਰਾਜ਼ ਰਿਮੂਵ ਕਰ ਦੇਣਗੇ, ਉਹਨਾਂ ਦੀ ਫੰਕਸ਼ਨੈਲਿਟੀ ਖਤਮ ਹੋ ਜਾਏਗੀ ਪੂਰੇ ਓਨਟਾਰੀਓ ਦੇ ਵਿੱਚ, ਹਰ ਸਿਟੀ ਦੇ ਵਿੱਚ। ਇਹਦੇ ਬਾਅਦ $210 ਮਿਲੀਅਨ ਦਾ ਨਵਾਂ ਖਰਚਾ ਸਾਡੇ ਸਾਹਮਣੇ ਆ ਕੇ ਖੜਾ ਹੋ ਗਿਆ। ਇਹ ਖਰਚਾ ਕਿਸ ਲਈ ਹੈ? ਇਹ ਖਰਚਾ ਹੈ ਰੋਡ ਸੇਫਟੀ ਇਨੀਸ਼ੀਏਟਿਵਸ ਫੰਡ। ਇਹਦੇ ਵਿੱਚੋਂ $42 ਮਿਲੀਅਨ ਇਮੀਡੀਏਟਲੀ ਯੂਜ਼ ਕੀਤਾ ਜਾਏਗਾ ਸਪੀਡ ਬੰਪਸ, raised crosswalks, roundabouts, signage and increased police presence ਦੇ ਲਈ। ਇਸ ਤੋਂ ਇਲਾਵਾ $168 ਮਿਲੀਅਨ ਐਲੋਕੇਟ ਕੀਤੇ ਜਾਣਗੇ ਅਗਲੇ ਸਾਲ ਜੋ ਐਲੀਜੀਬਲ ਮਿਊਨਿਸਪੈਲਿਟੀ ਹੈ ਉਹਦੇ ਲਈ, ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਮਿਊਨਿਸਪੈਲਿਟੀਜ਼ ਨੂੰ ਇਮੀਡੀਏਟਲੀ ਦੇਖਣ ਨੂੰ ਮਿਲੇਗਾ ਜਦੋਂ ਕੈਮਰਾਜ਼ ਰਿਮੂਵ ਹੋਣਗੇ, ਕਿਉਂਕਿ ਇੱਕ ਤਰੀਕੇ ਦਾ ਇੱਕ ਰੈਵਨਿਊ ਸੋਰਸ ਇਹ ਕੈਮਰਾਜ਼ ਬਣੇ ਹੋਏ ਸੀ। ਜਿੰਨਾ ਵੀ ਟੈਕਸ ਜਾਂਦਾ ਸੀ, ਜਿੱਦਾਂ ਵੀ ਇਹਦੀ ਫੀਸ ਜਾਂਦੀ ਸੀ, ਉਹ ਮਿਊਨਿਸਪੈਲਿਟੀਜ਼ ਨੂੰ ਜਾਂਦੀ ਸੀ ਐਂਡ ਮਿਊਨਿਸਪੈਲਿਟੀਜ਼ ਉਹਦੇ ਤੋਂ ਪੈਸਾ ਇਕੱਠਾ ਕਰਕੇ ਉਹਨੂੰ ਡਿਫਰੈਂਟ ਕੰਮਾਂ ਤੇ ਯੂਜ਼ ਕਰ ਸਕਦੇ ਸੀ। ਲੇਕਿਨ ਪ੍ਰੀਮੀਅਰ ਡਗ ਫੋਰਡ ਦੇ ਸਟੈਪ ਦੇ ਨਾਲ ਉਹ ਰੈਵਨਿਊ ਖਤਮ ਹੋ ਜਾਏਗਾ ਐਂਡ ਸੇਫਟੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਪੀਡ ਬੰਪਸ, ਰਾਉਂਡ ਅਬਾਊਟਸ, ਵੱਡੇ ਸਾਈਨੇਜ, ਜ਼ਿਆਦਾ ਪੁਲਿਸ ਦੀ ਪ੍ਰੈਜ਼ੈਂਸ ਜ਼ਰੂਰੀ ਹੈ। ਉਹਦੇ ਕਰਕੇ $42 ਮਿਲੀਅਨ ਉੱਥੇ ਖਰਚਾ ਜਾ ਰਿਹਾ ਐਂਡ $168 ਮਿਲੀਅਨ ਅਗਲੇ ਸਾਲ ਵੱਡੀ ਮਿਊਨਿਸਪੈਲਿਟੀਜ਼ ਲਈ ਖਰਚਿਆ ਜਾਏਗਾ। ਪ੍ਰੀਮੀਅਰ ਡਗ ਫੋਰਡ ਨੇ ਸ਼ੁਰੂ ਤੋਂ ਹੀ ਇਹਨਾਂ ਸਪੀਡਿੰਗ ਕੈਮਰਾਜ਼ ਨੂੰ ਕੈਸ਼ ਗ੍ਰੈਬ ਦੇ ਤੌਰ ਤੇ ਐਸੋਸੀਏਟ ਕੀਤਾ। ਉਹਨਾਂ ਨੇ ਹਮੇਸ਼ਾ ਕਿਹਾ ਕਿ ਇਹ ਸਿਰਫ ਪੈਸਾ ਕਮਾਉਣ ਦਾ ਮਿਊਨਿਸਪੈਲਿਟੀਜ਼ ਦਾ ਤਰੀਕਾ, ਇਹਦਾ ਐਕਚੁਅਲ ਦੇ ਵਿੱਚ ਕੋਈ ਖਾਸ ਬੈਨੀਫਿਟ ਨਹੀਂ ਹੈ, ਜਦਕਿ ਪ੍ਰੂਵਨ ਰਿਪੋਰਟਸ ਨੇ ਕਿ ਕੈਮਰਾਜ਼ ਐਕਚੁਅਲ ਦੇ ਵਿੱਚ ਵਰਕ ਕਰਦੇ ਨੇ ਐਂਡ ਜ਼ਰੂਰੀ ਨੇ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, 20 ਮੇਅਰਸ ਤੋਂ ਵੀ ਲਗਭਗ 20 ਮੇਅਰਸ ਨੇ ਪ੍ਰੋਵਿੰਸ ਨੂੰ ਰਿਕੁਐਸਟ ਕੀਤਾ ਸੀ ਕਿ ਕੈਮਰਾਜ਼ ਨੂੰ ਐਲੀਮੀਨੇਟ ਨਾ ਕੀਤਾ ਜਾਏ। ਜੇ ਤੁਸੀਂ ਚਾਹੁੰਦੇ ਹੋ ਥੋੜੇ ਚੇਂਜਸ ਕਰ ਸਕਦੇ ਹਾਂ, ਲੇਕਿਨ ਟੋਟਲੀ ਕੈਮਰਾਜ਼ ਨੂੰ ਖਤਮ ਨਾ ਕੀਤਾ ਜਾਏ। ਲੇਕਿਨ ਫਿਰ ਵੀ ਪ੍ਰੀਮੀਅਰ ਨਹੀਂ ਮੰਨੇ। ਇਹਨਾਂ ਮਿਊਨਿਸਪੈਲਿਟੀਜ਼ ਦਾ ਰੀਜ਼ਨਿੰਗ ਇਹ ਸੀ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਜਿੰਨਾ ਵੀ ਅਸੀਂ ਰੈਵਨਿਊ ਇਹਦੇ ਤੋਂ ਕਮਾ ਰਹੇ ਆ, ਇਹ ਉਹਨਾਂ ਲੋਕਾਂ ਤੋਂ ਕਮਾ ਰਹੇ ਜੋ ਕਿ ਐਕਚੁਅਲ ਦੇ ਵਿੱਚ ਲਾਅ ਖਰਾਬ ਕਰ ਰਹੇ, ਲਾਅ ਤੋੜ ਰਹੇ ਆ। ਸੋ ਵੀ ਆਰ ਐਕਚੁਅਲੀ ਟੇਕਿੰਗ ਮਨੀ ਫਰੋਮ ਦ ਪੀਪਲ ਹੂ ਆਰ ਬ੍ਰੇਕਿੰਗ ਦ ਲਾਅ। ਲੇਕਿਨ ਹੁਣ ਜਦੋਂ ਤੁਸੀਂ ਕੈਮਰਾਜ਼ ਰਿਮੂਵ ਕਰ ਰਹੇ ਹੋ ਤਾਂ ਹਰ ਇੱਕ ਟੈਕਸ ਪੇਅਰ ਨੂੰ ਪੈਸਾ ਖਰਚਣਾ ਪੈਣਾ, ਕਿਉਂਕਿ $210 ਮਿਲੀਅਨ ਡਗ ਫੋਰਡ ਦੀ ਪਾਕਟ ਤੋਂ ਤਾਂ ਆਉਣਾ ਨਹੀਂ, ਇਹ ਤਾਂ ਓਨਟਾਰੀਅਨਸ ਦੀ ਪਾਕਟ ਤੋਂ ਹੀ ਆਉਣਾ। ਸੋ $210 ਮਿਲੀਅਨ ਹੁਣ ਪਹਿਲਾਂ ਜੋ ਸ਼ਾਇਦ ਲਾਅ ਤੋੜਨ ਵਾਲੇ ਪੇ ਕਰ ਰਹੇ ਸੀ, ਉਹ ਹੁਣ ਹਰ ਇੱਕ ਬੰਦਾ, ਹਰ ਲਾਅ ਅਬਾਈਡਿੰਗ ਸਿਟੀਜ਼ਨ, ਹਰ ਲਾਅ ਅਬਾਈਡਿੰਗ ਓਨਟਾਰੀਅਨ ਆਪਣੀ ਜੇਬ ਤੋਂ ਪੇ ਕਰੇਗਾ ਸਰਕਾਰ, ਓਨਟਾਰੀਓ ਸਰਕਾਰ ਨੂੰ। ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਭਮੀਤ ਸਰਕਾਰੀਆ, ਉਹਨਾਂ ਦਾ ਕਹਿਣਾ ਹੈ ਕਿ ਨਵਾਂ ਫੰਡ ਜੋ $210 ਮਿਲੀਅਨ ਦਾ ਅਨਾਉਂਸ ਹੋਇਆ ਹੈ, ਇਹ ਰੋਡ ਸੇਫਟੀ ਮੇਨਟੇਨ ਕਰੇਗਾ ਵਿਦਾਊਟ ਮੇਕਿੰਗ ਲਾਈਫ ਮੋਰ ਐਕਸਪੈਂਸਿਵ ਫॉर drivers. What drivers are we talking about? The drivers who break the law, the drivers who are over speeding, the drivers who do not worry about pedestrians, the drivers who do not worry about school roads. ਪ੍ਰਭਮੀਤ ਸਰਕਾਰੀਆ ਹੋਣਾ ਦਾ ਤਾਂ ਇਹੀ ਕਹਿਣਾ ਕਿ ਇਟ ਵਿਲ ਮੇਕ ਲਾਈਫ ਮੋਰ ਵਿਦਾਊਟ ਮੇਕਿੰਗ ਲਾਈਫ ਮੋਰ ਐਕਸਪੈਂਸਿਵ ਫॉर ਡਰਾਈਵਰਸ। ਸੋ ਆਈ ਡੋਂਟ ਨੋ ਕਿਹੜੇ ਡਰਾਈਵਰਸ ਨੂੰ ਇਹ ਸੇਫਗਾਰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਸਾਂਭਣ ਦੀ ਕੋਸ਼ਿਸ਼ ਕਰ ਰਿਹਾ, ਸੇਫਟੀ ਦੀ ਗੱਲ ਕਰ ਰਿਹਾ। ਨਾਲ ਦੇ ਨਾਲ ਓਨਟਾਰੀਓ ਹਮੇਸ਼ਾ ਆਪਣੇ ਆਪ ਨੂੰ ਇਸ ਤਰੀਕੇ ਨਾਲ ਬ੍ਰਾਂਡ ਕਰਦਾ ਹੈ ਕਿ ਓਨਟਾਰੀਓ has one of the safest road systems in North America. At least Brampton, Toronto, Mississauga ਇਹ ਏਰੀਆ ਤਾਂ ਨਹੀਂ ਲੱਗਦਾ, ਲੇਕਿਨ ਫਿਰ ਵੀ ਬਾਰ-ਬਾਰ ਇਸ ਚੀਜ਼ ਨੂੰ ਪੇਸ਼ ਕੀਤਾ ਜਾਂਦਾ ਹੈ। ਓਨਟਾਰੀਓ ਦੀ ਜਿੰਨੀ ਵੀ ਰੋਡ ਟਰਾਂਸਪੋਰਟ ਦੇ ਰਿਲੇਟਡ ਪ੍ਰੈਸ ਕਾਨਫਰੰਸ ਹੁੰਦੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮੈਂਸ਼ਨ ਜ਼ਰੂਰ ਕੀਤਾ ਜਾਂਦਾ ਹੈ। $210 ਮਿਲੀਅਨ ਡੈਫੀਨਿਟਲੀ ਇੱਕ ਵੱਡਾ ਐਕਸਪੈਂਸ ਤਾਂ ਹੈਗਾ ਹੀ ਹੈ, ਨਾਲ ਦੇ ਨਾਲ ਸੇਫਟੀ ਕਿੰਨੀ ਕੰਪਰੋਮਾਈਜ਼ ਹੋ ਰਹੀ ਹੈ ਇਹ ਵੀ ਸਾਡੇ ਸਾਹਮਣੇ ਹੈ। ਪੋਲਿਟਿਕਸ ਅਲਟੀਮੇਟਲੀ ਜਿੱਤ ਜਾਏਗੀ ਐਂਡ ਸੇਫਟੀ ਅਗੇਨ ਹਾਰ ਜਾਏਗੀ। ਐਂਡ ਇਸ ਤੋਂ ਇਲਾਵਾ ਆਫਕੋਰਸ ਪੈਸੇ ਦਾ ਜਿੰਨਾ ਪ੍ਰੈਸ਼ਰ ਪਏਗਾ ਉਹ ਅਲੱਗ ਹੈ। ਮੇਅਰ ਓਲੀਵੀਆ ਚਾਓ, ਜੋ ਕਿ ਉਹਨਾਂ ਮੇਅਰਸ ਤੋਂ ਇੱਕ ਹੈ ਜੋ ਕੈਮਰਾਜ਼ ਨੂੰ ਸਪੋਰਟ ਕਰਦੇ ਸੀ, ਉਹਨਾਂ ਨੇ ਕਿਹਾ ਸੀ ਕਿ ਕੈਮਰਾਜ਼ ਜ਼ਰੂਰੀ ਨੇ, ਰਿਪੋਰਟਸ ਵੀ ਪੇਸ਼ ਕੀਤੀਆਂ, ਕਾਫੀ ਜ਼ਿਆਦਾ ਰੀਜ਼ਨਿੰਗ ਦਿੱਤੀ, ਲੇਕਿਨ ਅਗੇਨ ਪ੍ਰੀਮੀਅਰ ਡਗ ਫੋਰਡ ਨੇ ਇੱਕ ਨਾ ਸੁਣੀ, ਕਿਉਂਕਿ ਮੈਜੋਰਿਟੀ ਗਵਰਨਮੈਂਟ ਹੈ, ਉਹ ਤਾਂ ਕੁਛ ਵੀ ਕਰ ਸਕਦੇ, ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਮੇਅਰ ਓਲੀਵੀਆ ਚਾਓ ਨੇ ਅਰਜ ਕੀਤਾ ਹੈ ਪ੍ਰੋਵਿੰਸ ਨੂੰ ਕਿ ਟੋਰਾਂਟੋ ਦਾ ਜਿੰਨਾ ਵੀ ਲੌਸਟ ਕੈਮਰਾ ਰੈਵਨਿਊ ਹੈ ਉਹ ਰੀਇੰਬਰਸ ਕੀਤਾ ਜਾਏ। ਹੁਣ ਇਹ ਲੌਸਟ ਕੈਮਰਾ ਰੈਵਨਿਊ ਸਿਰਫ ਪੈਸਿਆਂ ਦੇ ਵਿੱਚ ਨਹੀਂ ਹੈ, ਬਲਕਿ ਜੌਬਸ ਦੇ ਵਿੱਚ ਵੀ ਹੈ। ਸਪੀਡ ਕੈਮਰਾ ਦਾ ਰੈਵਨਿਊ, ਓਲੀਵੀਆ ਮੇਅਰ ਚਾਓ ਨੇ ਕਿਹਾ ਕਿ 900 ਤੋਂ ਵੀ ਜ਼ਿਆਦਾ ਕ੍ਰਾਸਿੰਗ ਗਾਰਡਸ ਦੀ ਸੈਲਰੀ ਫੰਡ ਕਰਦਾ ਸੀ।
ਜੋ ਕਿ ਐਨੂਅਲੀ $31.2 ਮਿਲੀਅਨ ਬਣਦੀ ਹੈ। ਇਸ ਤੋਂ ਇਲਾਵਾ 18 ਟ੍ਰੈਫਿਕ ਸੇਫਟੀ ਪੁਲਿਸ ਆਫਿਸਰਸ ਦੀ ਸੈਲਰੀ ਵੀ ਇਹੀ ਰੈਵਨਿਊ ਕਵਰ ਕਰ ਸਕਦਾ ਸੀ, ਜੋ ਕਿ $3.9 ਮਿਲੀਅਨ ਬਣਦਾ ਹੈ। ਮੇਅਰ ਓਲਿਵੀਆ ਚਾਓ ਨੇ ਕਿਹਾ ਕਿ ਕੱਲ ਇੱਕਦਮ ਹੀ ਇਹ ਫੰਡ ਸਾਡਾ ਗਾਇਬ ਹੋ ਜਾਏਗਾ, ਜਿਹਦੇ ਕਰਕੇ ਸਭ ਤੋਂ ਪਹਿਲਾਂ ਤਾਂ ਸਕੂਲ ਜ਼ੋਨ ਪ੍ਰੋਟੈਕਸ਼ਨ ਖਤਮ ਹੋ ਗਈ। ਇਸ ਤੋਂ ਇਲਾਵਾ ਫਰਾਈਡੇ ਤੋਂ ਬਾਅਦ ਟੋਰਾਂਟੋ ਨੂੰ, ਸਿਟੀ ਆਫ ਟੋਰਾਂਟੋ ਨੂੰ ਜੌਬ ਕੱਟਸ ਵੱਲ ਫੋਕਸ ਕਰਨਾ ਪੈ ਸਕਦਾ ਹੈ, ਅਨਲੈਸ ਪ੍ਰੋਵਿੰਸ ਫੰਡਿੰਗ ਪ੍ਰੋਵਾਈਡ ਕਰਦੀ ਹੈ। ਜਿੰਨਾ ਘਾਟਾ ਸਿਟੀ ਆਫ ਟੋਰਾਂਟੋ ਨੂੰ ਪੈ ਰਿਹਾ ਉਹ ਓਨਟਾਰੀਓ ਗਵਰਨਮੈਂਟ ਸਿਟੀ ਆਫ ਟੋਰਾਂਟੋ ਨੂੰ ਪ੍ਰੋਵਾਈਡ ਕਰਦੀ ਹੈ। ਟੋਰਾਂਟੋ ਦਾ 10 ਸਾਲ ਦਾ ਕੈਪੀਟਲ ਪਲਾਨ ਜੋ ਤਿਆਰ ਹੈ, ਉਹਦੇ ਵਿੱਚ $96 ਮਿਲੀਅਨ ਦਾ ਨੁਕਸਾਨ ਹੋ ਜਾਏਗਾ ਜੇ ਕੈਮਰਾਸ ਬੈਨ ਹੋ ਜਾਂਦੇ ਆ, ਜੋ ਕਿ ਕੱਲ ਹੋ ਹੀ ਜਾਣਗੇ। ਸੋ $96 ਮਿਲੀਅਨ ਦਾ ਨੁਕਸਾਨ ਕੱਲ ਤੋਂ ਸਿਟੀ ਆਫ ਟੋਰਾਂਟੋ ਨੂੰ ਦੇਖਣ ਨੂੰ ਮਿਲੇਗਾ ਆਪਣੇ 10 ਸਾਲ ਦੇ ਕੈਪੀਟਲ ਪਲਾਨ ਦੇ ਵਿੱਚ। ਇਹਦੀ ਵੀ ਡਿਮਾਂਡ ਮੇਅਰ ਓਲਿਵੀਆ ਚਾਓ ਨੇ ਕੀਤੀ ਹੈ। ਇਸ ਤੋਂ ਇਲਾਵਾ ਟ੍ਰੈਫਿਕ ਕਾਮਿੰਗ ਇੰਸਟਾਲੇਸ਼ਨਸ, ਨਵੇਂ ਟ੍ਰੈਫਿਕ ਲਾਈਟਸ, ਕਮਿਊਨਿਟੀ ਸੇਫ ਜ਼ੋਨਸ ਬਣਾਉਣ ਦਾ ਜੋ ਕੰਮ ਸ਼ੁਰੂ ਹੋਣ ਲੱਗਾ ਸੀ ਟੋਰਾਂਟੋ ਦੇ ਵਿੱਚ, ਉਹ ਇਸ ਟਾਈਮ ਰੁਕ ਗਿਆ ਐਂਡ ਉਹ ਅੱਗੇ ਨਹੀਂ ਵੱਧ ਸਕਦਾ, ਕਿਉਂਕਿ ਟ੍ਰੈਫਿਕ ਕੈਮਰਾਸ, ਸਪੀਡਿੰਗ ਕੈਮਰਾਸ ਤੋਂ ਜੋ ਰੈਵਨਿਊ ਆਉਣਾ ਸੀ ਉਹ ਖਤਮ ਹੋ ਗਿਆ। ਓਲਿਵੀਆ ਚਾਓ ਉਹਨਾਂ ਨੇ ਕਿਹਾ ਕਿ ਜੋ ਬਜਟ ਅਨਾਉਂਸ ਹੋਇਆ, ਯਾਨੀ ਕਿ $168 ਮਿਲੀਅਨ ਜੋ ਅਗਲੇ ਸਾਲ ਦਿੱਤੇ ਜਾਣਗੇ ਮਿਊਨਿਸਪੈਲਿਟੀਜ਼ ਨੂੰ, ਉਹਦਾ ਸਿਰਫ 1/4 ਟੋਰਾਂਟੋ ਨੂੰ ਮਿਲੇਗਾ, ਜੋ ਕਿ ਟੋਰਾਂਟੋ ਦੀ ਜਿੰਨੀ ਇਸ ਟਾਈਮ ਜ਼ਰੂਰਤ ਹੈ ਉਹਦੇ ਤੋਂ ਕਾਫੀ ਘੱਟ ਹੈ। ਸੋ ਟੋਰਾਂਟੋ ਨੂੰ ਹੋਰ ਜ਼ਿਆਦਾ ਫੰਡਿੰਗ ਦੀ, ਹੋਰ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਪ੍ਰੋਵਿੰਸ ਤੋਂ, ਜੋ ਇੱਕ ਤਰੀਕੇ ਨਾਲ ਦੇਖਿਆ ਜਾਏ ਤਾਂ ਸੱਚ ਵੀ ਹੈ। ਜਿੰਨਾ ਵੱਡਾ ਸ਼ਹਿਰ ਐਂਡ ਮਿਊਨਿਸਪੈਲਿਟੀ ਟੋਰਾਂਟੋ ਹੈ, ਜਿੰਨਾ ਐਕਸਪੈਂਸ ਸਿਟੀ ਆਫ ਟੋਰਾਂਟੋ ਦਾ ਹੈ, ਉਹਨੂੰ ਕਵਰ ਕਰਨ ਦੇ ਲਈ ਪੈਸਾ ਤਾਂ ਬਹੁਤ ਜ਼ਿਆਦਾ ਚਾਹੀਦਾ। ਐਂਡ ਜਦੋਂ ਤੁਹਾਡੀ ਰਿਲਾਇੰਸ ਇੱਕ ਵੱਡੀ ਇਨਕਮ ਤੇ ਹੋ ਜਾਏ, ਸਾਨੂੰ ਜਦੋਂ ਇੱਕ ਇਨਕਮ ਦੀ ਆਦਤ ਪੈ ਜਾਂਦੀ ਹੈ, ਉਹ ਇਨਕਮ ਰਾਤੋਂ ਰਾਤ ਬੰਦ ਹੋ ਜਾਏ, ਸਾਡੀ ਤੇ ਰਾਤ ਦੀ ਨੀਂਦ ਉੱਡ ਜਾਂਦੀ ਹੈ। ਤੇ ਮੇਅਰ ਓਲਿਵੀਆ ਚਾਓ ਦਾ ਵੀ ਸਹੀ ਕਹਿਣਾ, ਉਹ ਕਹਿ ਰਹੇ ਕਿ ਵੀ ਸਾਨੂੰ ਤਾਂ ਇੰਨੇ ਜ਼ਿਆਦਾ ਪੈਸੇ ਦੀ ਆਦਤ ਪੈ ਗਈ ਸੀ ਸਪੀਡ ਕੈਮਰਾਸ ਤੋਂ, ਕਿਉਂਕਿ ਉੱਥੋਂ ਇੰਨਾ ਰੈਵਨਿਊ ਆ ਰਿਹਾ ਸੀ। ਹੁਣ ਤੁਸੀਂ ਇੱਕ ਦਿਨ ਦੇ ਵਿੱਚ ਜਦੋਂ ਉਹ ਬੰਦ ਹੋਣ ਲੱਗਾ, ਅਸੀਂ ਕੱਲ ਤੋਂ ਕਿੱਦਾਂ ਸਰਵਾਈਵ ਕਰਾਂਗੇ, ਸਾਡੇ ਖਰਚੇ ਕੌਣ ਪੂਰੇ ਕਰੇਗਾ। ਸੋ ਹੁਣ ਕਿਸ ਤਰੀਕੇ ਨਾਲ ਇਸ ਚੀਜ਼ ਦਾ ਫੈਸਲਾ ਹੁੰਦਾ ਹੈ ਕਿ ਪ੍ਰੋਵਿੰਸ ਹੋਰ ਜ਼ਿਆਦਾ ਫੰਡਿੰਗ ਪ੍ਰੋਵਾਈਡ ਕਰੇਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਏਗੀ। ਟੋਰਾਂਟੋ ਕਾਉਂਸਲ ਨੇ 25-0 ਦੇ ਨਾਲ ਮੇਅਰ ਓਲਿਵੀਆ ਚਾਓ ਦੀ ਇਸ ਰੀਇੰਬਰਸਮੈਂਟ ਦੀ ਕਾਲ ਨੂੰ ਸਪੋਰਟ ਦਿੱਤਾ ਐਂਡ ਸਾਰੇ ਦੇ ਸਾਰੇ ਕਾਉਂਸਲਰਸ ਇਸ ਰੀਇੰਬਰਸਮੈਂਟ ਨੂੰ ਸਪੋਰਟ ਕਰਦੇ ਆ ਐਂਡ ਮੰਗ ਕਰਦੇ ਆ ਕਿ ਪ੍ਰੋਵਿੰਸ ਰੀਇੰਬਰਸਮੈਂਟ ਪ੍ਰੋਵਾਈਡ ਕਰੇ। ਓਲਿਵੀਆ ਚਾਓ ਨੇ ਕਿਹਾ ਕਿ ਇਹ ਰੀਇੰਬਰਸਮੈਂਟ ਸਿਰਫ ਪੈਸੇ ਦੀ ਨਹੀਂ, ਇਸ ਤੋਂ ਇਲਾਵਾ ਬੱਚਿਆਂ ਦੀ ਸੇਫਟੀ, ਪਬਲਿਕ ਪ੍ਰੋਟੈਕਸ਼ਨ ਐਂਡ ਜੌਬ ਪ੍ਰੋਟੈਕਸ਼ਨ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਥੋੜੇ ਸਮਾਂ ਪਹਿਲਾਂ ਇੱਕ ਕੈਨੇਡੀਅਨ ਜੌਬ ਮਾਰਕੀਟ ਨੂੰ ਲੈ ਕੇ ਖਬਰ ਆਈ ਸੀ, ਜਿਹਦੇ ਵਿੱਚ ਕੁਝ ਨੰਬਰ ਸਾਹਮਣੇ ਆਏ ਸੀ ਕਿ ਕੈਨੇਡੀਅਨ ਜੌਬ ਗਰੋਥ ਹੋ ਰਹੀ ਹੈ, ਯਾਨੀ ਕਿ ਨਵੀਆਂ ਜੌਬਸ ਕ੍ਰੀਏਟ ਹੋ ਰਹੀਆਂ ਨੇ। ਲੇਕਿਨ ਉਹ ਨਵੀਂ ਜੌਬਸ ਐਕਚੁਅਲ ਦੇ ਵਿੱਚ ਕਿੰਨੀ ਬੈਨੀਫੀਸ਼ੀਅਲ ਨੇ, ਇਹਦੀ ਅੱਜ ਗੱਲ ਕਰਦੇ ਹਾਂ। ਕੈਨੇਡੀਅਨ ਜੌਬ ਮਾਰਕੀਟ ਪਿਛਲੇ ਮਹੀਨੇ ਜੋ ਨੰਬਰਸ ਆਏ, ਉਸ ਹਿਸਾਬ ਨਾਲ ਥੋੜੀ ਸਟਰੋਂਗ ਜ਼ਰੂਰ ਨਜ਼ਰ ਆ ਰਹੀ ਸੀ, ਕੁਝ ਗਰੋਥ ਜ਼ਰੂਰ ਸਾਨੂੰ ਦੇਖਣ ਨੂੰ ਮਿਲੀ। ਅਨਐਮਪਲੋਇਮੈਂਟ ਦਾ ਰੇਟ 7.1% ਤੋਂ 6.99% ਤੇ ਆਇਆ, ਸੋ 0.2% ਇੰਪਰੂਵਮੈਂਟ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ। ਸੈਪਟੈਂਬਰ ਤੋਂ ਅਕਤੂਬਰ ਤੱਕ 1,27,000 ਨਵੀਂ ਜੌਬਸ ਵੀ ਐਡ ਹੋਈਆਂ, ਲੇਕਿਨ ਇਹ ਜਿੰਨੀਆਂ ਵੀ ਜੌਬਸ ਕ੍ਰੀਏਟ ਹੋਈਆਂ, ਮੈਜੋਰਿਟੀ ਸਿਰਫ ਬਿਗ ਐਮਪਲੋਇਰਸ, ਯਾਨੀ ਕਿ ਉਹ ਕੰਪਨੀਜ਼ ਜੋ ਕਿ 500 ਤੋਂ ਜ਼ਿਆਦਾ ਐਮਪਲੋਈਜ਼ ਨੇ ਜਿਨ੍ਹਾਂ ਕੰਪਨੀਜ਼ ਦੇ ਵਿੱਚ, ਉਹਨਾਂ ਨੇ ਕ੍ਰੀਏਟ ਕੀਤੀਆਂ। ਹੁਣ ਅਗੇਨ ਸਰਫੇਸ ਲੈਵਲ ਤੇ ਤਾਂ ਸੁਣਨ ਨੂੰ ਅੱਛਾ ਲੱਗਦਾ ਕਿ ਵੱਡੀ ਕੰਪਨੀਜ਼ ਹਾਇਰ ਕਰ ਰਹੀਆਂ ਨੇ, ਸੋ ਜ਼ਿਆਦਾ ਗਰੋਥ ਹੈ, ਲੇਕਿਨ 80% ਆਫ ਕੈਨੇਡੀਅਨ ਜੌਬ ਮਾਰਕੀਟ SMEs ਯਾਨੀ ਕਿ ਸਮਾਲ ਐਂਡ ਮਿਡ ਸਾਈਜ਼ਡ ਬਿਜ਼ਨੈਸਿਸ ਤੇ ਡਿਪੈਂਡ ਕਰਦੀਆਂ ਨੇ, ਜਿਹਦਾ ਇਹ ਮਤਲਬ ਹੈ ਕਿ ਇਸ ਟਾਈਮ ਕੈਨੇਡੀਅਨ ਸਮਾਲ ਐਂਡ ਮਿਡ ਸਾਈਜ਼ ਬਿਜ਼ਨੈਸਿਸ ਸਭ ਤੋਂ ਜ਼ਿਆਦਾ ਅਫੈਕਟਡ ਨੇ, ਸਭ ਤੋਂ ਜ਼ਿਆਦਾ ਇੰਪੈਕਟਡ ਨੇ ਐਂਡ ਸਭ ਤੋਂ ਵੱਡੀ ਮਾਰ ਇਹਨਾਂ ਨੂੰ ਪੈ ਰਹੀ ਹੈ ਐਂਡ ਇਸ ਟਾਈਮ ਹਾਇਰਿੰਗ ਨਾ ਦੇ ਬਰਾਬਰ ਕਰ ਰਹੇ ਨੇ। ਜਨਵਰੀ ਤੋਂ ਲੈ ਕੇ 500 ਐਮਪਲੋਈ ਤੋਂ ਜ਼ਿਆਦਾ ਵਾਲੀ ਕੰਪਨੀਜ਼ ਯਾਨੀ ਕਿ ਬਿਗ ਐਮਪਲੋਇਰਸ ਨੇ 5,92,000 ਨਵੀਂ ਜੌਬਸ ਕ੍ਰੀਏਟ ਕੀਤੀਆਂ, ਜਦਕਿ SMEs ਨੇ ਜੋ ਕਿ ਨੰਬਰ ਦੇ ਵਿੱਚ ਜ਼ਿਆਦਾ ਨੇ, ਫੈਲਾਵ ਜ਼ਿਆਦਾ ਹੈ, ਜ਼ਿਆਦਾ ਹਾਇਰਿੰਗ ਕਰ ਸਕਦੇ ਆ, ਉਹਨਾਂ ਨੇ ਸਿਰਫ ਜਨਵਰੀ ਤੋਂ ਲੈ ਕੇ ਹੁਣ ਤੱਕ 3
ਲੱਖ ਲੋਕਾਂ ਨੂੰ ਹੀ ਹਾਇਰ ਕੀਤਾ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ 80% ਆਫ ਕੈਨੇਡੀਅਨ ਜੌਬ ਮਾਰਕੀਟ SMEs ਤੇ ਛੋਟੇ ਬਿਜ਼ਨੈਸਿਸ ਤੇ ਡਿਪੈਂਡ ਕਰਦੀ ਹੈ, ਲੇਕਿਨ ਉਹ ਇਸ ਟਾਈਮ ਹਾਇਰਿੰਗ ਨਹੀਂ ਕਰ ਰਹੇ। ਵੱਡੇ EMPLOYER ਹਾਇਰਿੰਗ ਨਾਲ ਡੈਫੀਨਿਟਲੀ ਇਹ ਨੰਬਰ ਬੈਟਰ ਹੋਇਆ। 7.1% ਤੋਂ 6.9% ਤੇ ਸਾਡੀ ਅਨਐਮਪਲੋਇਮੈਂਟ ਆਈ ਹੈ। ਨਵੀਂ ਜੌਬਸ ਅਸੀਂ ਕਾਫੀ ਜ਼ਿਆਦਾ ਕ੍ਰੀਏਟ ਹੁੰਦੀਆਂ ਦੇਖੀਆਂ, ਲੇਕਿਨ ਛੋਟੀ ਬਿਜ਼ਨੈਸਿਸ, ਛੋਟੇ ਐਂਡ ਮਿਡ ਸਾਈਜ਼ਡ ਕੰਪਨੀਜ਼ ਜਦੋਂ ਤੱਕ ਬੈਟਰ ਨਹੀਂ ਹੁੰਦੇ ਉਦੋਂ ਤੱਕ ਓਵਰਆਲ ਇਕੋਨਮੀ ਅਸੀਂ ਬੈਟਰ ਹੁੰਦੀ ਨਹੀਂ ਦੇਖ ਸਕਦੇ। ਲਾਰਜ EMPLOYERS ਜਿੰਨੇ ਵੀ ਨੇ, ਵੱਡੀ ਕੰਪਨੀਜ਼, ਉਹ ਟੈਰਿਫ ਦੀ ਮਾਰ ਐਬਜ਼ੌਰਬ ਕਰ ਸਕਦੇ ਆ। ਸਪਲਾਈ ਚੇਨ ਦੇ ਵਿੱਚ ਜਿੰਨਾ ਸ਼ਿਫਟ ਆਇਆ ਉਸ ਨੂੰ ਬੈਟਰ ਤਰੀਕੇ ਨਾਲ ਹੈਂਡਲ ਕਰ ਸਕਦੇ ਆ। ਜਿੰਨਾ ਵੀ ਇਸ ਟਾਈਮ ਫਾਈਨੈਂਸ਼ੀਅਲ ਸਟ੍ਰੇਨ ਬਣਿਆ ਹੋਇਆ ਉਸ ਨੂੰ ਹੈਂਡਲ ਕਰ ਸਕਦੇ ਆ, ਲੇਕਿਨ ਸਮਾਲ ਐਂਡ ਮਿਡ ਸਾਈਜ਼ ਬਿਜ਼ਨੈਸਿਸ ਡਾਇਰੈਕਟਲੀ ਇੰਪੈਕਟ ਹੁੰਦੇ ਆ ਐਂਡ ਉਹ ਇਸ ਟਾਈਮ ਸਰਵਾਈਵ ਨਹੀਂ ਕਰ ਪਾ ਰਹੇ ਐਂਡ ਹੋਰ ਜ਼ਿਆਦਾ ਉਹਨਾਂ ਦੀ ਵਲਨਰੇਬਿਲਿਟੀ ਵੱਧਦੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਇੱਦਾਂ ਦੀ ਕੰਡੀਸ਼ਨ ਜਿੱਥੇ ਸਮਾਲ ਐਂਡ ਮਿਡ ਸਾਈਜ਼ ਬਿਜ਼ਨਸ ਇੰਨੇ ਜ਼ਿਆਦਾ ਅਫੈਕਟ ਹੋਏ ਨੇ, ਇਸ ਤੋਂ ਪਹਿਲਾਂ 2008-9 ਦੇ ਗ੍ਰੇਟ ਰਿਸੈਸ਼ਨ ਦੇ ਦੌਰਾਨ, 2015 ਦੇ ਆਇਲ ਪ੍ਰਾਈਸ ਕੋਲੈਪਸ ਦੇ ਦੌਰਾਨ ਐਂਡ ਸਿਰਫ ਕੋਵਿਡ ਪੈਂਡੇਮਿਕ, ਇਹੀ 3 ਟਾਈਮ ਨੇ ਜਦੋਂ ਇਸ ਤਰੀਕੇ ਦਾ ਇਕਨੋਮਿਕ ਸ਼ੌਕ ਦੇਖਿਆ ਗਿਆ ਸੀ। ਉਸ ਤੋਂ ਬਾਅਦ ਹੁਣ ਜਾ ਕੇ ਇਹ ਕੰਡੀਸ਼ਨ ਦੇਖੀ ਜਾ ਰਹੀ ਹੈ। ਇਹਦੇ ਤੋਂ ਇਹ ਵੀ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਕਿੰਨੀ ਮਾੜੀ ਹਾਲਤ ਦੇ ਵਿੱਚ ਸਾਡੀ ਇਕੋਨਮੀ ਪਹੁੰਚ ਚੁੱਕੀ ਹੋਈ ਹੈ ਐਂਡ SME ਸੈਕਟਰ ਕਿੰਨੇ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਹੈ। ਬੈਂਕ ਆਫ ਮੌਂਟਰੀਅਲ ਦੇ ਸੈਲ ਗੁਏਤੇਰੀ ਉਹਨਾਂ ਨੇ ਕਿਹਾ ਕਿ ਇਕੋਨਮੀ ਜਿਸ ਤਰੀਕੇ ਦੇ ਰਿਸਕ ਦੇ ਵਿੱਚ ਹੈ, ਅੱਗੇ ਜਾ ਕੇ ਹੋਰ ਜ਼ਿਆਦਾ ਜੌਬ ਲਾਸ ਹੋਣ ਦਾ ਪੋਸੀਬਿਲਿਟੀ ਹੈ। ਲਾਰਜ EMPLOYERS ਜੇ ਹੋਰ ਜ਼ਿਆਦਾ ਹਾਇਰਿੰਗ ਕਰਦੇ ਰਹਿੰਦੇ ਆ ਤਾਂ ਕਿਤੇ ਜਾ ਕੇ ਸਾਡੇ ਅਨਐਮਪਲੋਇਮੈਂਟ ਦੇ ਨੰਬਰ ਸੇਮ ਜਾਂ 1 ਪੁਆਇੰਟ ਜਾਂ ਅੱਧਾ ਪੁਆਇੰਟ ਉੱਪਰ ਥੱਲੇ ਹੋ ਸਕਦੇ ਆ, ਲੇਕਿਨ ਜੇ SMEs ਜਲਦ ਤੋਂ ਜਲਦ ਰਿਕਵਰ ਨਹੀਂ ਕਰਦੇ, ਜਲਦ ਤੋਂ ਜਲਦ ਆਪਣੀ ਹਾਇਰਿੰਗ ਨਹੀਂ ਸ਼ੁਰੂ ਕਰਦੇ ਤਾਂ ਇਹ ਪ੍ਰੋਬਲਮ ਬਹੁਤ ਵੱਡੀ ਹੋ ਸਕਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਲਾਰਜ ਫਰਮਸ ਬਹੁਤ ਘੱਟ ਨੰਬਰ ਦੇ ਹੁੰਦੇ ਆ, ਯਾਨੀ ਕਿ ਵੱਡੀ ਕੰਪਨੀਜ਼ ਇੰਨੀ ਜ਼ਿਆਦਾ ਨਹੀਂ ਹੁੰਦੀਆਂ, ਜਿਹਦੇ ਕਰਕੇ ਉਹ ਜ਼ਿਆਦਾ ਹਾਇਰਿੰਗ ਜੇ ਕਰ ਵੀ ਲੈਣਗੇ ਤਾਂ ਵੀ ਜ਼ਿਆਦਾ ਨੰਬਰ ਸਾਡੇ ਸਾਹਮਣੇ ਨਹੀਂ ਆਉਣਗੇ। ਸੋ ਜਦੋਂ ਤੱਕ ਡਾਇਵਰਸਿਫਾਈਡ ਹਾਇਰਿੰਗ ਨਹੀਂ ਹੁੰਦੀ, ਛੋਟੀ ਕੰਪਨੀਜ਼ ਦੇ ਵਿੱਚ ਹਾਇਰਿੰਗ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਸਾਡੀ ਇਕੋਨਮੀ ਪ੍ਰੋਬਲਮ ਦੇ ਵਿੱਚ ਹੀ ਰਹੇਗੀ।